ਅਤੇ ਹੁਣ ਆਪਣੇ ਆਪ ਨੂੰ ਵੇਖਣਾ ਤੇ ਪਛਾਣਨਾ ਸ਼ੁਰੂ ਕਰਦਾ ਹੈ। ਇਹ ਅਭਿਆਸ ਦਾ ਦੂਜਾ ਮੋੜ ਹੁੰਦਾ ਹੈ। ਗਿਆਨ ਦੀ ਪਹਿਲੀ ਅਵਸਥਾ ਵਿੱਚ ਅਭਿਆਸੀ ਸੱਚ ਦੀ ਭਾਲ ਬਾਹਰ ਛੱਡ ਕੇ ਆਪਣੇ ਅੰਦਰ ਸ਼ੁਰੂ ਕਰਦਾ ਹੈ। ਉਸ ਨੂੰ ਪ੍ਰੇਰਣਾ ਹੁੰਦੀ ਹੈ, ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਪਰ ਚੌਥੀ ਅਵਸਥਾ ਵਿੱਚ ਅਭਿਆਸੀ ਆਪਣੇ ਅੰਦਰੋਂ ਅੰਦਰ ਨੂੰ ਸਮਝਣਾ ਤੇ ਪਛਾਣਨਾ ਸ਼ੁਰੂ ਕਰਦਾ ਹੈ। ਕੁਝ ਚਿਰ ਮਗਰੋਂ ਉਸ ਨੂੰ ਕੁਝ ਪਤਾ ਲੱਗਦਾ ਹੈ, ਪਰ ਚੰਗੇ ਗਹੁ ਨਾਲ ਵੇਖਿਆ ਉਸ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਉਸ ਦਾ ਆਪਣਾ ਆਪਾ, ਜਿਹੜਾ ਕਿ ਪਹਿਲਾਂ ਸਮੁੰਦਰ ਵਿੱਚ ਐਵੇਂ ਇੱਕ ਛੋਟਾ ਜਿਹਾ ਹਿੱਸਾ ਪ੍ਰਤੀਤ ਹੁੰਦਾ ਸੀ, ਅਸਲ ਵਿੱਚ ਇਹ ਬੜੀ ਅਚੰਭੇਜਨਕ ਸ਼ੈ ਹੈ। ਉਹ ਸਾਰੇ ਪਾਸੇ ਰਵੀ ਹੋਈ ਸੂਖਮ ਸ਼ਕਤੀ ਦੀਆਂ ਸਾਰੀਆਂ ਨਿਸ਼ਾਨੀਆਂ ਆਪਣੇ ਆਪ ਵਿੱਚ ਮੌਜੂਦ ਵੇਖਦਾ ਹੈ। ਉਸ ਨੂੰ ਯਕੀਨ ਆ ਜਾਂਦਾ ਹੈ ਕਿ ਜਿਸ ਤਰ੍ਹਾਂ ਪਾਣੀ ਦੀ ਬੂੰਦ ਤੇ ਪਾਣੀ ਦੇ ਸਾਗਰ ਦੀ ਅਸਲੀਅਤ ਇੱਕ ਹੁੰਦੀ ਹੈ, ਉਸੇ ਤਰ੍ਹਾਂ ਉਸ ਦੇ ਆਪਣੇ ਆਪੇ ਤੇ ਦੁਨੀਆ ਵਿੱਚ ਰਵੀ ਹੋਈ ਸੂਖਮ ਸ਼ਕਤੀ ਦੀ ਬੁਨਿਆਦੀ ਅਸਲੀਅਤ ਇੱਕੋ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਹੈ ਸਾਗਰ। ਇਸ ਤੋਂ ਬਾਅਦ ਅਭਿਆਸੀ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਸਾਰੇ ਬ੍ਰਹਿਮੰਡ ਨੂੰ ਸੂਖਮ ਰੂਪ ਵਿੱਚ ਆਪਣੇ ਅੰਦਰ ਜਦੋਂ ਚਾਹੇ ਮੌਜੂਦ ਵੇਖ ਸਕਦਾ ਹੈ। ਜੋ ਕੁਝ ਉਸ ਨੂੰ ਅੱਖਾਂ ਖੋਲ੍ਹਿਆਂ ਬਾਹਰ ਪ੍ਰਕਿਰਤੀ ਦੀ ਮਟੀਰੀਅਲ ਦੀ ਦੁਨੀਆ ਵਿੱਚ ਦਿਸਦਾ ਹੈ, ਉਹ ਕੁਝ ਉਹ ਜਦੋਂ ਜੀ ਕਰੇ ਆਪਣੇ ਅੰਦਰ ਵੇਖ ਸਕਦਾ ਹੈ। ਹੁਣ ਇੱਥੇ ਉਹ ਸੱਚਾਈ ਸਮਝ ਆਉਂਦੀ ਹੈ ਜਿਸ ਨੂੰ ਜੋ ਬ੍ਰਹਿਮੰਡੇ ਸੋਈ ਪਿੰਡੇ ਆਖਦੇ ਨੇ। ਚੰਨ, ਸੂਰਜ, ਸਿਤਾਰੇ, ਅਸਮਾਨ, ਧਰਤੀ, ਸਾਰਾ ਸੰਸਾਰ ਉਸ ਦੇ ਅੰਦਰ ਖਿਆਲ ਦੀ ਸ਼ਕਲ ਵਿੱਚ ਮੌਜੂਦ ਹੈ। ਜਿਵੇਂ ਹਨੇਰੀ ਰਾਤ ਸਮੇਂ ਹਵਾ ਦੇ ਰੁਕ ਜਾਣ ਨਾਲ ਸਿਤਾਰਿਆਂ ਦਾ ਪਰਛਾਵਾਂ ਕਿਸੇ ਤਾਲਾਬ ਜਾਂ ਕਿਸੇ ਝੀਲ ਵਿੱਚ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦੋ ਆਕਾਸ਼ ਨੇ, ਇੱਕ ਸਿਰ ਵਿੱਚ ਤੇ ਇੱਕ ਪੈਰਾਂ ਵਿੱਚ। ਇਸ ਤਰ੍ਹਾਂ ਖਲੋਤੇ ਹੋਏ ਮਨ ਵਿੱਚ ਇਸ ਅਵਸਥਾ ਦਾ ਅਭਿਆਸੀ ਸਾਰੀ ਸ੍ਰਿਸ਼ਟੀ ਦਾ ਪਰਛਾਵਾਂ ਵੇਖਦਾ ਹੈ। ਦੋ ਸੰਸਾਰ ਲੱਗਦੇ ਨੇ, ਇੱਕ ਅੱਖਾਂ ਖੁੱਲਣ ਵਿੱਚ ਤੇ ਇੱਕ ਅੱਖਾਂ ਮੀਟਣ ਤੇ। ਅਭਿਆਸ ਦੇ ਹੋਰ ਪੱਕ ਜਾਣ ਨਾਲ ਅੱਗੇ ਚੱਲ ਕੇ ਅਭਿਆਸੀ ਇਹ ਪ੍ਰਤੀਤ ਕਰਦਾ ਹੈ ਕਿ ਸਾਰਾ ਬ੍ਰਹਿਮੰਡ ਉਸ ਦੇ ਆਪਣੇ ਅੰਦਰ ਹੀ ਹੈ। ਉਹ ਉਸ ਦੇ ਅੰਦਰ ਦੀਆਂ ਦੋ ਤਸਵੀਰਾਂ ਨੇ, ਉਸ ਦੇ ਆਪਣੇ ਖਿਆਲਾਂ ਦਾ ਰੂਪ ਨੇ। ਇੱਥੇ ਪਹੁੰਚ ਕੇ ਅਭਿਆਸੀ ਵਿੱਚ ਬੜੀ ਭਾਰੀ ਤਬਦੀਲੀ ਆਉਂਦੀ। ਉਹ ਹਰ ਚੀਜ਼ ਨੂੰ ਸਮਝਣ ਦੀ ਸੋਚ ਉਸ ਦੀ ਬਦਲ ਜਾਂਦੀ ਹੈ। ਪਹਿਲਾਂ ਉਹ ਸਾਰੇ ਬ੍ਰਹਿਮੰਡ ਨੂੰ ਸੱਚਾ ਸਮਝਦਾ ਹੈ ਤੇ ਆਪਣੇ ਅੰਦਰ ਸੰਬੰਧੀ ਕੁਝ ਨਹੀਂ ਸੀ ਜਾਣਦਾ, ਪਰ ਹੁਣ ਆਪਣੇ ਅੰਦਰ ਰਚਿਆ ਹੋਇਆ ਬ੍ਰਹਿਮੰਡ ਉਸ ਨੂੰ ਸੱਚ ਪ੍ਰਤੀਤ ਹੁੰਦਾ ਹੈ ਤੇ ਬਾਹਰ ਜੋ ਕੁਝ ਦਿਸਦਾ ਹੈ ਉਹ ਉਸ ਨੂੰ ਅੰਦਰਲੇ ਦਾ ਪਰਛਾਵਾਂ ਹੀ ਸਮਝਦਾ ਹੈ। ਦੁਨੀਆ ਦੀ ਕੋਈ ਹਸਤੀ ਹੈ ਹੀ ਨਹੀਂ। ਇੱਕ ਇਹੋ ਜਿਹਾ ਨਤੀਜਾ ਹੈ ਜਿੱਥੇ ਪਹੁੰਚ ਕੇ ਅਕਲ ਬੜੀ ਚੱਕਰ ਵਿੱਚ ਪੈ ਜਾਂਦੀ ਹੈ ਤੇ ਥੋੜ੍ਹੀ ਦੇਰ ਲਈ ਅਭਿਆਸੀ ਨੂੰ ਬੜੇ ਸ਼ੰਕੇ ਵਿੱਚ ਪਾ ਦਿੰਦੀ ਹੈ। ਉਸ ਦਾ ਜਮੰਦਰੂ ਸੁਭਾਅ, ਉਸ ਦੇ ਬਾਹਰ ਦੇ ਨੇਤਰ, ਉਸ ਦੀ ਅਕਲ ਸਭ ਦ੍ਰਿਸ਼ਟਮਾਨ ਦੁਨੀਆ ਦੀ ਹਸਤੀ ਦਾ ਹੋਣਾ ਸਾਬਤ ਕਰਦੇ ਨੇ। ਪਰ ਜਦੋਂ ਅਭਿਆਸ ਵਿੱਚ ਬੈਠੇ ਤਾਂ ਬਾਹਰ ਦੀ ਸਭ ਰਚਨਾ ਸਿਰਫ ਖਿਆਲ ਹੀ ਖਿਆਲ, ਅੰਦਰਲਾ ਪਰਛਾਵਾਂ ਹੀ ਪਰਛਾਵਾਂ, ਧੋਖਾ, ਫਰੇਬ ਅਤੇ ਅਸਤ ਨਜ਼ਰ ਆਉਂਦਾ ਹੈ। ਅਭਿਆਸੀ ਬੜਾ ਹੈਰਾਨ ਹੁੰਦਾ ਤੇ ਉਸ ਨੂੰ ਇਸ ਕੌਤਕ ਦੀ ਸਮਝ ਨਹੀਂ ਆਉਂਦੀ। ਜੇ ਅੰਦਰ ਯਕੀਨ ਆ ਵੀ ਜਾਵੇ ਤਾਂ ਬਾਹਰੋਂ ਇਸ ਗੱਲ ਦੀ ਗਵਾਹੀ ਤੇ ਪ੍ਰੋੜਤਾ ਨਹੀਂ ਮਿਲਦੀ। ਪਰ ਫਿਰ ਇੱਥੇ ਗੁਰਬਾਣੀ ਬਹੁਤ ਸਹਾਇਤਾ ਕਰਦੀ ਹੈ। ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਇਸ ਦੁਨੀਆ ਨੂੰ ਸੁਪਨਾ, ਮਿਥਿਆ, ਮਾਇਆ ਅਤੇ ਝੂਠ ਕਰਕੇ ਲਿਖਿਆ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਨੇ, ਇਹ ਜਗ ਧੂਏ ਕਾ ਪਹਾੜ, ਤੈਂ ਸੱਚਾ ਮਾਨਿਆ ਕੇ ਵਿਚਾਰ। ਜਾਂ ਫਿਰ ਮਾਈ ਮਾਇਆ ਛਲ
तृण की अगन, मेघ की छाया, गोबिंद भजन बिन हड़ का जल। सतगुरु गुरु अर्जन देव जी ढोडी राग विच इस तरह आखदे ने। ते जां फिर गौड़ी राग विच गुरु अर्जन देव जी दे ऐसे बचन ने, पब्बा भरम मिटावो अपना, यह संसार सगल है सुपना, भरमे सुर नर देवी देवा, भरमे सिद्ध साधिक ब्रह्म मेवा, भरम भरम मानुख डह काए, दुत्तर महा बिखम एह माए, गुरमुख भ्रम पै मोह मिटाया, नानक तौ परम सुख पाया। इत्थे पहुंच के मेरियां अरदासां दा फल यह निकलिया कि मैनू गुरु जी ने आप अगवाई बख्श के मेरे सारे शंके दूर कर दिते। कई किताबां ते लेख कुदरत वालों मेरे तक पहुंचाए गए जिन्हां तो मेरा शंका निवृत्त हुंदा गया अते मेरी गुरु नानक देव दे चरणां विच शरधा होर पक्की हुंदी गई। भावें मैं हुण भी इस दुनिया नूं भुलेखे विच सच समझ बैना, पर जदों अभ्यास विच बैना तां इह भुलेखा फौरन दूर हो जांदा है। भावें मेरी इह दशा हालां पक्की नहीं, पर संसार दे सुपना जां ख्याली होण विच जां सच ना होण विच हुण कोई मेरा शंका नहीं रहा। इस मसले संबंधी जिसने वधेरे खोज करनी होवे उन्होंने जर्मनी दे मशहूर फिलासफर डॉक्टर पाल डसन दी प्रसिद्ध किताब दी एलीमेंट्स ऑफ मैटाफिजिक्स जरूर पढ़नी चाहिए। इस विच विद्वान डॉक्टर कैंट ने अते उस दे शागिर्द शोपनहार उस दियां मशहूर जर्मन फिलासफरां दियां इस संबंध विच कीतियां खोजां दा जिक्र करदियां बड़ियां पक्कियां ते अटल दलीलां दे के सिद्ध कीता कि जिहड़ा प्रतख दिसदा संसार सानूं नज़र आ रहा है ये सारा साडी बुद्धि तो पैदा होया है। साडी बुद्धि दी हस्ती नाल ही इस दी हस्ती कायम है ते बुद्धि दे नाल ही खत्म हो जाती है। इस दी असलीयत बिल्कुल कुछ भी नहीं। इस सिद्धांत दे समझण विच इस तरह वर्णन किया जा सकता है। वो आखदे ने जो कुछ भी संसार विच नज़र आउंदा है देश काल अते कारण दी हद विच है। इस दे उलट असली चीज भाव वाहिगुरू इन्हां तिन्नां बुद्धि दीयां हालतां तो मुक्त है। दूसरी गल, जदों मैं बाहर वेखना तो मैं हर चीज देश काल ते कारण दे जरिए वेखना ते जदों मैं अंदर वेखना तो मैं उस नूं तकदा कि जो देश काल ते कारण तिन्ने बुद्धि दीयां हालतां तो परे है अते उस तो परे होर कुछ भी नहीं। देश काल ते कारण ये निगर सच्चाई नहीं, केवल साडी बुद्धि दीयां आरजी हालतां ने जिन्हां तो अवश्य नतीजा यह निकलदा है कि दुनिया जिथों तक जिस देश विच फैली हुई है काल विचों लंघ रही है अते कारण दे असूल नाल बझी हुई है, उथों तक यह केवल मेरी बुद्धि दा प्रभाव जां परछावां है, होर कुछ नहीं। मशहूर भारती यूनानी ते जर्मन फिलासफर ਵੱਖ-ਵੱਖ ਸਮਿਆਂ ਤੇ ਵੱਖ-ਵੱਖ ਸੋਚਣ ਦੇ ਤਰੀਕਿਆਂ ਨਾਲ ਇੱਕੋ ਹੀ ਨਤੀਜੇ ਤੇ ਪਹੁੰਚਦੇ ਰਹੇ ਨੇ ਕਿ ਸੰਸਾਰ ਸਭ ਮਾਇਆ ਹੈ, ਮਿਥਿਆ ਹੈ। ਸ਼ੰਕਰਾਚਾਰੀਆ ਜੀ ਇਹ ਗੱਲ ਆਖਦੇ ਨੇ। ਫਿਰ यूनानी फिलासफर प्लेटो ਇਹ ਆਖਦਾ ਹੈ कि दुनिया असलीयत नहीं बल्कि परछावियां दी रची हुई है। अते फिर कांट जर्मन फिलासफर यह गल आखदे ने यह दुनिया केवल रंग रूप है, असलीयत नहीं। पुरातन ग्रंथां विच भी इस तरह लिखिया मिलदा है कि श्री रामचंद्र जी नूं उन्हां दे गुरु वशिष्ठ मुनि ने उपदेश करदिआं आखिया सी यह जगत जिहड़ा दिसदा है असल विच कुछ उत्पन्न नहीं होया, अविचार करके भसदा है ते विचार करन नाल निवृत्त हो जांदा है।
ਜਿਵੇਂ ਹਨੇਰੇ ਵਿੱਚ ਰੱਸੀ ਹੀ ਸੱਪ ਲੱਗਦੀ ਹੈ, ਸੋ ਭਰਮ ਹੈ। ਜਦੋਂ ਰੌਸ਼ਨੀ ਵਿੱਚ ਦੇਖੀਏ ਤਾਂ ਰੱਸੀ ਵਿੱਚੋਂ ਜਿਹੜਾ ਸੱਪ ਵਾਲਾ ਡਰ ਹੈ ਨਾ, ਉਹ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਅਵਿਚਾਰ ਜਾਂ ਅਗਿਆਨ ਕਰਕੇ ਇਹ ਜਗਤ ਲੱਗਦਾ ਜ਼ਰੂਰ ਹੈ, ਪਰ ਵਿਚਾਰ ਕਰਨ ਨਾਲ ਇਹ ਜਗਤ ਖਤਮ ਹੋ ਜਾਂਦਾ ਹੈ। ਗਿਆਨ ਦੀ ਪੰਜਵੀਂ ਅਵਸਥਾ। ਇਹ ਅਵਸਥਾ ਬੜੀ ਅਨੋਖੀ ਹੈ। ਅਭਿਆਸੀ ਇਸ ਅਵਸਥਾ ਵਿੱਚ ਇਹ ਮਹਿਸੂਸ ਕਰਦਾ ਹੈ ਕਿ ਬਾਹਰ ਦਾ ਸਾਰਾ ਬ੍ਰਹਿਮੰਡ ਜਿਸ ਤਰ੍ਹਾਂ ਉਸ ਦੇ ਅੰਦਰ ਹੀ ਮੌਜੂਦ ਸੀ ਤੇ ਬਾਹਰ ਕੇਵਲ ਅੰਦਰ ਦਾ ਪਰਛਾਵਾਂ ਹੀ ਦਿਸਦਾ ਸੀ, ਉਸੇ ਤਰ੍ਹਾਂ ਇਹ ਅੰਦਰ ਦਾ ਬ੍ਰਹਿਮੰਡ ਵੀ ਉਸ ਦੀ ਆਪਣੀ ਇੱਛਾ ਦਾ ਹੀ ਪ੍ਰਗਟਾਵਾ ਹੈ। ਉਸ ਦੀ ਇੱਛਾ ਹੋਵੇ ਤਾਂ ਸਾਰਾ ਬ੍ਰਹਿਮੰਡ ਉਤਪੰਨ ਹੋ ਜਾਂਦਾ ਹੈ, ਤੇ ਜਦੋਂ ਇੱਛਾ ਹੋਵੇ ਸਾਰਾ ਬ੍ਰਹਿਮੰਡ ਲੀਨ ਹੋ ਜਾਂਦਾ ਹੈ। ਸਿਰਫ ਆਤਮਾ ਹੀ ਆਤਮਾ ਰਹਿ ਜਾਂਦੀ ਹੈ। ਅਸਲ ਵਿੱਚ ਅੰਦਰ ਦੀ ਤੇ ਬਾਹਰ ਦੀ ਰਚਨਾ ਦੋਵੇਂ ਹੀ ਅਸਤ ਹਨ, ਸੁਪਨਾ ਨੇ, ਮਾਇਆ ਨੇ। ਇਸ ਸੁਪਨੇ ਵਿੱਚ ਸਥਿਰ ਕੋਈ ਸ਼ੈ ਹੈ ਤਾਂ ਸੁਪਨੇ ਦੇ ਰਚਨ ਵਾਲਾ, ਤੇ ਇਹ ਉਸ ਦੀ ਆਤਮਾ ਦੀ ਆਤਮਾ ਭਾਵ ਪਰਮ ਆਤਮਾ ਹੈ। ਇੱਥੇ ਪਹੁੰਚ ਕੇ ਕਈ ਅਭਿਆਸੀ ਟਪਲਾ ਖਾ ਜਾਂਦੇ ਨੇ ਤੇ ਉਹ ਆਪਣੀ ਆਤਮਾ ਦੀ ਆਪਣਾ ਤੇ ਆਪਣੇ ਆਪ ਵਿੱਚ ਕੋਈ ਫਰਕ ਜਾਂ ਭੇਦ ਪਛਾਣ ਨਹੀਂ ਸਕਦੇ ਤੇ ਸਮਝਦੇ ਨੇ ਕਿ ਉਹ ਪੂਰਨ ਹੋ ਗਏ ਨੇ, ਕਿਉਂਕਿ ਉਹ ਖੁਦ ਹੀ ਪਰਮਾਤਮਾ ਨੇ। ਬਸ ਇੱਥੇ ਜਾ ਕੇ ਉਹ ਭੁਲੇਖਾ ਲੱਗਦਾ ਹੈ ਕਿ ਬੰਦਾ ਆਪਣੇ ਆਪ ਨੂੰ ਅਹੰ ਬ੍ਰਹਮ ਅਸਮੀ ਆਖਣ ਲੱਗ ਪੈਂਦਾ ਹੈ। ਗਿਆਨ ਦੀ 6ਵੀਂ ਅਵਸਥਾ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਇਸ ਤੋਂ ਅੱਗੇ ਦੀ ਅਵਸਥਾ ਵੱਲ ਅਗਵਾਈ ਕਰਦੀ ਹੈ। ਅਭਿਆਸੀ ਇਸ ਅਗਵਾਈ ਦੇ ਆਸਰੇ ਆਪਣੇ ਗਿਆਨ ਦੀ ਆਖਰੀ ਛੱਤ ਤੇ ਪਹੁੰਚਦਾ ਹੈ। ਜੀਵ ਆਤਮਾ ਪਰਮਾਤਮਾ ਵਿੱਚ ਲੀਨ ਹੁੰਦੀ ਹੈ। ਇਸ ਤੋਂ ਅੱਗੇ ਵੇਖਣ ਵਾਲਾ, ਪਛਾਣਨ ਵਾਲਾ ਗੁੰਮ ਹੋ ਜਾਂਦਾ ਹੈ, ਲੱਭਣ ਵਾਲਾ ਗਾਇਬ ਹੋ ਜਾਂਦਾ ਹੈ ਤੇ ਪਰਮਾਤਮਾ ਹੀ ਪਰਮਾਤਮਾ ਰਹਿ ਜਾਂਦਾ ਹੈ। ਅਭਿਆਸ, ਬੰਦਗੀ, ਭਗਤੀ ਸੰਪੂਰਨ ਹੋ ਜਾਂਦੀ ਹੈ। ਇਸੇ ਅਵਸਥਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪੇ ਆਪ ਦੀ ਅਵਸਥਾ ਆਖਿਆ ਹੈ। ਜਿਵੇਂ ਲਹਿਰ ਹੁਣ ਸਾਗਰ ਵਿੱਚ ਲੀਨ ਹੋ ਜਾਂਦੀ ਹੈ। ਜੀਵ ਆਪਣੇ ਮੂਲ ਬ੍ਰਹਮ ਵਿੱਚ, ਆਤਮਾ ਪਰਮ ਹਸਤੀ ਵਿੱਚ ਸਮਾ ਜਾਂਦੀ ਹੈ। ਇਹ ਨੇਸਤੀ ਭਾਵ ਹੋਰ ਕੁਝ ਨਹੀਂ ਦਾ ਦਰਜਾ ਨਹੀਂ, ਬਲਕਿ ਪਰਮ ਹਸਤੀ ਦਾ ਦਰਜਾ ਹੈ। ਪੂਰਨ ਸਤ ਚਿੱਤ ਆਨੰਦ ਦੀ ਅਵਸਥਾ ਹੈ, ਜਿਸ ਨੂੰ ਗੁਰੂ ਅਰਜਨ ਦੇਵ ਜੀ ਬਿਲਾਵਲ ਰਾਗ ਵਿੱਚ ਇਸ ਤਰ੍ਹਾਂ ਆਖਦੇ ਨੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। ਜਾਂ ਫਿਰ ਗੁਰੂ ਅਰਜਨ ਦੇਵ ਜੀ ਗੌੜੀ ਰਾਗ ਵਿੱਚ ਇਸ ਤਰ੍ਹਾਂ ਕਹਿੰਦੇ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ। ਥੋੜੀ ਦੇਰ ਲਈ ਅਭਿਆਸੀ ਚੌਥੀ, ਪੰਜਵੀਂ ਜਾਂ 6ਵੀਂ ਅਵਸਥਾ ਵਿੱਚ ਆਉਂਦਾ ਜਾਂਦਾ ਰਹਿੰਦਾ। ਜਦੋਂ ਅਭਿਆਸ ਪੂਰਨ ਹੋ ਜਾਏ ਤਾਂ ਫਿਰ 6ਵੀਂ ਅਵਸਥਾ ਵਿੱਚ ਹੀ ਟਿਕਿਆ ਰਹਿੰਦਾ। ਇੱਥੇ ਅਭਿਆਸੀ ਪ੍ਰਤੀਤ ਕਰਦਾ ਹੈ ਕਿ ਉਹ ਨਾ ਕਦੇ ਜੰਮਿਆ ਤੇ ਨਾ ਹੀ ਕਦੇ ਮਰਿਆ, ਨਾ ਕਦੇ ਉਸ ਨੂੰ ਸੁੱਖ ਤੇ ਨਾ ਹੀ ਕਦੇ ਦੁੱਖ ਹੋਇਆ, ਨਾ ਕਦੇ ਖੁਸ਼ੀ ਤੇ ਨਾ ਹੀ ਕਦੇ ਗਮੀ। ਉਹ ਆਪਣੇ ਆਪ ਨੂੰ ਆਦ ਜੁਗਾਦ ਤੋਂ ਨਿਰਲੇਪ, ਪੂਰਨ ਤੇ ਸੱਚ ਦਾ ਸਰੂਪ ਵੇਖਦਾ ਹੈ। ਉਸ ਨੂੰ ਆਪਣੀ ਸਾਰੀ ਅਭਿਆਸ ਕਾਲਣਾ, ਅਭਿਆਸ ਦੀਆਂ ਸਭ ਅਵਸਥਾਵਾਂ, ਗਿਆਨ ਦੇ ਸਭ ਦਰਜੇ ਐਵੇਂ ਸੁਪਨੇ ਜਿਹਾ ਹੀ ਜਾਪਦੇ ਨੇ। ਭਗਤੀ ਸੁਪਨਾ ਹੀ ਦਿਸਦੀ। ਕੁਝ ਚਿਰ ਇਸ ਤਰ੍ਹਾਂ ਦੇ ਖਿਆਲ ਆ ਕੇ ਫਿਰ ਸ਼ਾਂਤ, ਸਹਿਜ, ਪੂਰਨਤਾ ਤੇ ਆਨੰਦ ਦਾ ਰੂਪ ਹੋ ਜਾਂਦਾ ਹੈ, ਆਪਣੇ ਮੂਲ ਵਿੱਚ ਲੀਨ ਹੋ ਜਾਂਦਾ ਹੈ।